पावन और पवित्र हजूरी विखे जुड़ मिल बैठी सन्मान सत्कारयोग गुरु रूप साध संगत खालसे दे साजना दिहाड़े नूं मुख रखते होए अज दे सजे होए दीवाना दी आप जी हाजरी भर रहे हो। गुरबाणी कीर्तन दा आनंद आप जी ने माणिया। गुरमत विचारां दी सांझ पाईए। सब तो पहला सरबंस दानी अमृत ते दाते दसम पातशाह साहिबे कमाल गुरु गोबिंद सिंह साहब जी वल्लों बख्शिश कीती हुई फतेह अदब सहित प्रवान करो। कोई रसना वांझी ना रवे। गज वज के चढ़दी कला दे नाल फतेह दा जवाब फतेह च देवो जी। वाहिगुरु जी का खालसा वाहिगुरु जी की फतेह। सन 1699 ਦੀ ਵਿਸਾਖੀ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਸਮ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਇੱਕ ਅਨੋਖੀ ਕਲਾ ਵਰਤਾਈ ਔਰ ਸੰਸਾਰ ਦੇ ਇਤਿਹਾਸ ਦੀ ਇਹ ਅਨੋਖੀ ਘਟਨਾ ਜਿੱਥੇ ਦਸਮ ਪਾਤਸ਼ਾਹ ਜੀ ਨੇ ਕੇਸਗੜ੍ਹ ਸਾਹਿਬ ਵਾਲੇ ਪਾਵਨ ਅਸਥਾਨ ਵਿਖੇ ਖੁੱਲੇ ਪੰਡਾਲਾਂ 'ਚ ਦੀਵਾਨ ਸੱਜੇ ਹਨ ਔਰ ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਉਸ ਪਹਿਲੇ ਇਕੱਠ ਸਮੇਂ ਜਦੋਂ ਸਤਿਗੁਰਾਂ ਨੇ ਪਹਿਲੀ ਵਾਰ ਅੰਮ੍ਰਿਤ ਪਾਨ ਕਰਵਾਇਆ 80,000 ਪ੍ਰਾਣੀਆਂ ਨੇ ਉਸ ਦਿਨ ਅੰਮ੍ਰਿਤ ਦੀ ਦਾਤ ਲਈ ਹੈ। ਭਾਵ ਲੱਖਾਂ ਦੀ ਗਿਣਤੀ 'ਚ ਗੁਰੂ ਘਰ ਦੇ ਸ਼ਰਧਾਲੂ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਹਨ ਔਰ ਇਸ ਭਰੇ ਇਕੱਠ ਦੇ ਵਿੱਚ ਦਸਮ ਪਾਤਸ਼ਾਹ ਜੀ ਜਿਸ ਵਕਤ ਸਟੇਜ ਤੇ ਪਹੁੰਚੇ ਹਨ ਹੱਥ ਦੇ ਵਿੱਚ ਸ਼ਮਸ਼ੀਰ ਹੈ ਔਰ ਸਟੇਜ ਦੇ ਪਿਛਲੇ ਪਾਸੇ ਸਤਿਗੁਰਾਂ ਨੇ ਤੰਬੂ ਲਗਾਇਆ ਹੈ ਔਰ ਮਹਾਰਾਜ ਨੇ ਉੱਥੇ ਆਵਾਜ਼ ਦੇ ਕੇ ਕਿਹਾ ਹੈ ਕੋਈ ਗੁਰੂ ਦਾ ਬੇਟਾ ਜਿਹੜਾ ਕਰੇ ਸੀਸ ਭੇਟਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਵਾਜ਼ ਤੇ ਸਭ ਤੋਂ ਪਹਿਲੇ ਨੰਬਰ ਤੇ ਭਾਈ ਦਇਆ ਰਾਮ ਉੱਠੇ ਹਨ, ਲਾਹੌਰ ਤੋਂ ਆਏ ਸਨ। ਉਦੋਂ ਬਾਅਦ ਜਿਵੇਂ ਜਿਵੇਂ ਸਤਿਗੁਰੂ ਆਵਾਜ਼ ਦਿੰਦੇ ਗਏ ਪਹਿਲੀ ਆਵਾਜ਼ ਦਿੱਤੀ ਭਾਈ ਦਇਆ ਰਾਮ ਉੱਠੇ। ਮਹਾਰਾਜ ਗਏ ਤੰਬੂ 'ਚ ਸਿੱਖ ਨੂੰ ਲੈ ਕੇ ਔਰ ਜਦੋਂ ਬਾਹਰ ਆਏ ਹਨ ਤੇ ਖੂਨ ਦੇ ਨਾਲ ਲੱਥ ਪੱਥ ਹੈ ਸ਼ਮਸ਼ੀਰ। ਫਿਰ ਉਹਨਾਂ ਨੇ ਦੂਜਾ ਸੀਸ ਮੰਗਿਆ, ਤੀਜਾ, ਚੌਥਾ, ਪੰਜਵਾਂ। ਵਾਰੀ ਵਾਰੀ ਜਿਹੜੇ ਪਹਿਲੇ ਗੁਰੂ ਕੇ 5 ਪਿਆਰੇ ਹਨ ਉਹ ਉੱਠਦੇ ਰਹੇ, ਗੁਰੂ ਨੂੰ ਆਪਣਾ ਸੀਸ ਭੇਟ ਕਰਦੇ ਰਹੇ। ਉਦੋਂ ਬਾਅਦ ਮਹਾਰਾਜ ਇਹਨਾਂ ਨੂੰ ਲੈ ਕੇ ਬਾਹਰ ਜਦੋਂ ਪੰਡਾਲ 'ਚ ਨਿਕਲੇ ਹਨ ਮਹਾਰਾਜ ਨੇ ਕਿਹਾ ਇਹ ਮੇਰੇ 5 ਪਿਆਰੇ ਹਨ। ਫਿਰ ਗੁਰੂ ਕਲਗੀਧਰ ਮਹਾਰਾਜ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੈ। ਕੇਵਲ ਇੱਕ ਵਾਰ ਐਸਾ ਹੋਇਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਕੱਲਿਆਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੈ। ਉਦੋਂ ਬਾਅਦ ਇਹ ਜਿਹੜੀ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਮਰਿਆਦਾ ਹੈ ਇਹ 5 ਪਿਆਰਿਆਂ ਨੂੰ ਉਹਨਾਂ ਨੇ ਬਖਸ਼ੀ ਕਿ ਤੁਸੀਂ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ। ਫਿਰ ਤੁਹਾਡੇ ਤੋਂ ਅੱਗੇ ਅੰਮ੍ਰਿਤ ਅਬਲਾਖੀ ਅੰਮ੍ਰਿਤ ਦੀ ਦਾਤ ਲੈਣਗੇ। 5 ਬਾਣੀਆਂ ਦਾ ਪਾਠ ਕਰਕੇ ਸਤਿਗੁਰੂ ਅੰਮ੍ਰਿਤ ਦੀ ਪਾਹੁਲ ਤਿਆਰ ਕਰਦੇ ਹਨ। ਫਿਰ ਵਾਰੀ ਵਾਰੀ ਮਹਾਰਾਜ ਨੇ ਉਹਨਾਂ 5 ਨੂੰ ਉਹ ਅੰਮ੍ਰਿਤ ਪਾਨ ਕਰਵਾਇਆ ਹੈ। ਭਾਈ ਦਇਆ ਰਾਮ ਦਇਆ ਸਿੰਘ ਬਣ ਗਏ। ਇਸੇ ਤਰ੍ਹਾਂ ਦੂਜਾ ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ। ਮਹਾਰਾਜ ਕਹਿਣ ਲੱਗੇ ਇਹ ਮੇਰੇ 5 ਪਿਆਰੇ ਹਨ। ਉਦੋਂ ਬਾਅਦ ਮਹਾਰਾਜ ਹੁਣ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ ਹੋ, ਹੁਣ ਸਾਨੂੰ ਵੀ ਅੰਮ੍ਰਿਤ ਛਕਾਵੋ। ਔਰ 5 ਪਿਆਰਿਆਂ ਤੋਂ ਮਹਾਰਾਜ ਨੇ ਅੰਮ੍ਰਿਤ ਛਕਿਆ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਹਨ।
ਉਦੋਂ ਬਾਅਦ ਫਿਰ ਬਾਕੀ ਜਿੰਨੇ ਲੋਕ ਉੱਥੇ ਪਹੁੰਚੇ ਸਨ ਸਾਰਿਆਂ ਨੂੰ ਵਾਰੀ-ਵਾਰੀ ਅੰਮ੍ਰਿਤ ਛਕਾਇਆ ਗਿਆ ਤੇ ਕਰੀਬਨ 80,000 ਪ੍ਰਾਣੀਆਂ ਨੇ 1699 ਈਸਵੀ ਦੀ ਵਿਸਾਖੀ ਤੇ ਆਨੰਦਪੁਰ ਸਾਹਿਬ ਅੰਮ੍ਰਿਤ ਦੀ ਦਾਤ ਲਈ ਹੈ। ਹੁਣ ਵੇਖੋ ਵਿਸਾਖੀ ਦਾ ਜਿਹੜਾ ਦਿਹਾੜਾ ਹੈ ਇਹ ਗੁਰੂ ਘਰ ਵਿਖੇ ਮਨਾਉਣਾ ਆਰੰਭ ਕਦੋਂ ਹੋਇਆ ਸੀ? ਵੈਸੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਵੀ ਕੁਝ ਐਸੀਆਂ ਘਟਨਾਵਾਂ ਵਰਤੀਆਂ ਜਿਹੜੀਆਂ ਵਿਸਾਖ ਦੇ ਮਹੀਨੇ ਜਾਂ ਵਿਸਾਖੀ ਵਾਲੇ ਦਿਨ ਦੀਆਂ ਘਟਨਾਵਾਂ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਹਰਿਦੁਆਰ ਪਹੁੰਚੇ ਸਨ, ਜਿੱਥੇ ਲੋਕ ਚੜ੍ਹਦੇ ਵਾਲੇ ਪਾਸੇ ਪਾਣੀ ਸੁੱਟ ਰਹੇ ਸਨ, ਇਤਿਹਾਸ ਦੀ ਸਾਖੀ ਆਪ ਜਾਣਦੇ ਹੋ, ਮਹਾਰਾਜ ਨੇ ਲਹਿੰਦੇ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਅਖੀਰ ਉਹਨਾਂ ਲੋਕਾਂ ਨੂੰ ਗੁਰੂ ਨੇ ਸਮਝਾਇਆ, ਕਿਉਂਕਿ ਉਹਨਾਂ ਦਾ ਭਰਮ ਸੀ ਕਿ ਸਾਡਾ ਪਾਣੀ ਸੂਰਜ ਤੱਕ ਪਹੁੰਚਦਾ ਹੈ, ਸਾਡੇ ਮਰ ਚੁੱਕਿਆਂ ਤੱਕ ਪਹੁੰਚਦਾ ਹੈ। ਮਹਾਰਾਜ ਨੇ ਖੈਰ ਉਹਨਾਂ ਨੂੰ ਭਰਮ ਚੋਂ ਬਾਹਰ ਕੱਢਿਆ, ਗੁਰਮਤਿ ਗਿਆਨ ਦਾ ਚਾਨਣ ਉਹਨਾਂ ਦੇ ਜੀਵਨ 'ਚ ਕੀਤਾ। ਇਹ ਘਟਨਾ ਜਿਸ ਦਿਨ ਵਰਤੀ ਸੀ ਉਦੋਂ ਵੀ ਵਿਸਾਖੀ ਦਾ ਦਿਨ ਸੀ। ਵਿਸਾਖੀ ਸਮੇਂ ਉੱਥੇ ਮੇਲਾ ਲੱਗਿਆ ਸੀ। ਮੁੱਖ ਰੂਪ ਦੇ ਵਿੱਚ ਗੁਰੂ ਘਰ ਵਿਖੇ ਵਿਸਾਖੀ ਦਾ ਦਿਹਾੜਾ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੋਂ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਸਿੱਖ ਸੀ, ਭਾਈ ਪਾਰੋ ਜੁਲਕਾ ਜੀ। ਡੱਲੇ ਪਿੰਡ ਦਾ ਹੀ ਰਹਿਣ ਵਾਲਾ ਸੀ, ਬੜਾ ਗੁਰਮੁਖ ਸਿੱਖ ਸੀ, ਪ੍ਰਚਾਰ ਗੁਰਸਿੱਖੀ ਦਾ ਕਰਦਾ ਸੀ। ਇਹ ਸਿੱਖ ਨੇ ਇਕੱਲੇ ਆਪਣੇ ਪਿੰਡ ਚੋਂ ਕਰੀਬਨ 75 ਹੋਰ ਪ੍ਰਚਾਰਕ ਸਿੱਖ ਤਿਆਰ ਕੀਤੇ ਸਨ। ਇਹਨੂੰ ਗੁਰੂ ਅਮਰਦਾਸ ਮਹਾਰਾਜ ਪਰਮਹੰਸ ਦੀ ਉਪਾਧੀ ਬਖਸ਼ ਕੇ ਨਿਵਾਜਦੇ ਹਨ। ਇਹ ਭਾਈ ਪਾਰੋ ਜੁਲਕਾ ਨੇ ਇੱਕ ਵਾਰ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਿੱਖ ਸੰਗਤਾਂ ਤੇ ਸਾਰੇ ਪਾਸੇ ਮੌਜੂਦ ਹਨ, ਪਰ ਸੰਗਤ ਦਾ ਆਪਸ ਦੇ ਵਿੱਚ ਸੰਪਰਕ ਕੋਈ ਨਹੀਂ ਹੈ। ਤੇ ਸਿੱਖਾਂ ਨੇ ਜਦੋਂ ਬੱਚਿਆਂ ਦੇ ਅੱਗੇ ਵਿਆਹ ਕਾਰਜ ਸਿੱਖਾਂ ਦੇ ਘਰ ਕਰਨ ਦਾ ਤੁਹਾਡਾ ਹੁਕਮ ਹੈ, ਤੇ ਸਿੱਖ ਨੂੰ ਪਤਾ ਕੋਈ ਨਹੀਂ ਹੁੰਦਾ ਹੈ ਕਿ ਦੂਜਾ ਸਿੱਖ ਕਿੱਥੇ ਰਹਿੰਦਾ ਹੈ, ਕਿੱਥੇ ਕੋਈ ਸਿੱਖ ਦਾ ਪੁੱਤ ਵਿਆਹੁਣ ਵਾਲਾ, ਕਿੱਥੇ ਕੋਈ ਸਿੱਖ ਦੀ ਧੀ ਵਿਆਹੁਣ ਵਾਲੀ ਹੈ। ਇਸ ਕਰਕੇ ਸਾਲ ਦਾ ਕੋਈ ਨਾ ਕੋਈ ਇੱਦਾਂ ਦਾ ਇੱਕ ਦਿਨ ਮੁਕਰਰ ਕਰੋ ਜਦੋਂ ਚਾਰੇ ਪਾਸੇ ਦੀਆਂ ਸੰਗਤਾਂ ਗੁਰੂ ਘਰ ਵਿਖੇ ਆਉਣ, ਸਾਰੇ ਸਿੱਖਾਂ ਦਾ ਇਕੱਠ ਗੁਰੂ ਕੇ ਦਰਬਾਰ ਵਿਖੇ ਘਰ ਦਰ ਵਿਖੇ ਹੋਏ, ਤੇ ਜਿੱਥੇ ਗੁਰੂ ਕੇ ਚਰਨਾਂ 'ਚ ਦੀਵਾਨ ਸੱਜਿਆ ਕਰਨਗੇ, ਉੱਥੇ ਸੰਗਤ ਦਾ ਵੀ ਆਪਸ ਦੇ ਵਿੱਚ ਸੰਪਰਕ ਤੇ ਤਾਲਮੇਲ ਬਣੇਗਾ। ਸਿੱਖਾਂ ਨੂੰ ਸਿੱਖਾਂ ਬਾਰੇ ਪਤਾ ਲੱਗੇਗਾ ਕਿ ਕਿੱਥੇ ਕਿੱਥੇ ਸਿੱਖ ਰਹਿੰਦੇ ਹਨ, ਕਿੱਥੇ ਕਿੱਥੇ ਕੋਈ ਸਿੱਖਾਂ ਦੇ ਧੀਆਂ ਪੁੱਤ ਵਿਆਹੁਣ ਵਾਲੇ ਹਨ। ਫਿਰ ਸਿੱਖ ਅੱਗੇ ਆਪਣੇ ਬੱਚਿਆਂ ਦੇ ਕਾਰਜ ਵੀ ਉਸੇ ਤਰ੍ਹਾਂ ਸਿੱਖ ਪਰਿਵਾਰਾਂ ਸਿੱਖ ਬੱਚਿਆਂ ਦੇ ਵਿੱਚ ਕਰਨਗੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਦਾ ਦਿਨ ਮੁਕਰਰ ਕੀਤਾ ਸੀ ਕਿ ਫਿਰ ਆਉਣ ਵਾਲੇ ਵਰੇ ਤੋਂ ਵਿਸਾਖੀ ਵਾਲੇ ਦਿਨ ਜਿੱਥੇ ਜਿੱਥੇ ਵੀ ਗੁਰੂ ਕਾ ਸਿੱਖ ਹੋਵੇ ਉਹਦੇ ਲਈ ਹੁਕਮ ਹੈ ਕਿ ਉਹ ਗੁਰੂ ਘਰ ਵਿਖੇ ਜ਼ਰੂਰ ਆਏ। ਇੱਦਾਂ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੋਂ ਆਪਾਂ ਇੱਦਾਂ ਕਹਿ ਲਈਏ ਕਿ ਸਭ ਤੋਂ ਪਹਿਲੇ ਨੰਬਰ ਤੇ ਗੁਰੂ ਘਰ ਵਿਖੇ ਵਿਸਾਖੀ ਦਾ ਇਕੱਠ ਹੋਣ ਦੀ ਜਿਹੜੀ ਪਰੰਪਰਾ ਸ਼ੁਰੂ ਹੋਈ ਹੈ ਉਹ ਗੋਇੰਦਵਾਲ ਸਾਹਿਬ ਤੋਂ ਹੋਈ ਹੈ। ਉਦੋਂ ਬਾਅਦ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਅੰਮ੍ਰਿਤਸਰ ਰਹੇ ਨੇ। ਵਿਸਾਖੀ ਸਮੇਂ ਸੰਗਤ ਅੰਮ੍ਰਿਤਸਰ ਪਹੁੰਚਿਆ ਕਰਦੀ ਸੀ, ਤੇ ਬਾਕੀ ਗੁਰੂ ਸਾਹਿਬਾਨ ਜਿੱਥੇ ਜਿੱਥੇ ਹੁੰਦੇ ਸਨ ਵਿਸਾਖੀ ਸਮੇਂ ਸੰਗਤ ਨੇ ਉੱਥੇ ਪਹੁੰਚਣਾ, ਸੰਗਤ ਦਾ ਇਕੱਠ ਇਸੇ ਤਰ੍ਹਾਂ ਉੱਥੇ ਹੋਣਾ। ਤੇ 1699 ਈਸਵੀ ਦੀ ਵਿਸਾਖੀ ਤੇ ਗੁਰੂ ਦਸਮ ਪਾਤਸ਼ਾਹ ਆਨੰਦਪੁਰ ਸਾਹਿਬ ਸਨ। ਤੇ ਵੇਖੋ ਅੱਜ ਵੀ ਆਨੰਦਪੁਰ ਸਾਹਿਬ ਜਾਣਾ ਹੋਵੇ ਨਾ, ਤੇ ਕੇਵਲ ਮੁੱਖ ਰੂਪ ਦੇ ਵਿੱਚ 2-3 ਰਸਤੇ ਹਨ ਆਨੰਦਪੁਰ ਸਾਹਿਬ ਜਾਣ ਦੇ। ਤੇ ਜਦੋਂ ਆਪਾਂ ਅੱਜ ਤੋਂ 350 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ, ਉਦੋਂ ਆਨੰਦਪੁਰ ਸਾਹਿਬ ਜਾਣਾ ਬੜਾ ਔਖਾ ਸੀ। ਅੱਜ ਵਰਗੇ ਸਾਧਨ ਨਹੀਂ ਸਨ, ਅੱਜ ਵਰਗੇ ਰਸਤੇ ਨਹੀਂ ਸਨ। ਤੇ ਜਿਹੜੇ ਸਿੱਖ 80,000 ਦੇ ਕਰੀਬਨ ਲੱਖ ਦੇ ਕਰੀਬ ਆਨੰਦਪੁਰ ਸਾਹਿਬ ਉਦੋਂ ਪਹੁੰਚੇ ਸਨ। ਕਿਵੇਂ ਉਹ ਸਿੱਖ ਪਹੁੰਚੇ ਸਨ? ਕਿਉਂਕਿ ਪੂਰਾ ਜੰਗਲੀ ਤੇ ਪਹਾੜੀ ਇਲਾਕਾ ਸੀ ਆਨੰਦਪੁਰ ਸਾਹਿਬ ਦਾ,
3-3 4-4 ਮਹੀਨੇ ਪਹਿਲਾਂ ਆਨੰਦਪੁਰ ਨੂੰ ਸਿੱਖ ਤੁਰ ਪਏ ਸਨ, ਕਿਉਂਕਿ ਬਹੁਤਾ ਸਫ਼ਰ ਵੀ ਉਹਨਾਂ ਸਮਿਆਂ ਦੇ ਵਿੱਚ ਪੈਦਲ ਕਰਨਾ ਪੈਂਦਾ ਸੀ। 3-3 4-4 ਮਹੀਨੇ ਪਹਿਲਾਂ ਸਿੱਖ ਤੁਰੇ ਸਨ, ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ, ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ। ਇਹ ਗੁਰੂ ਤੇ ਸਿੱਖ ਦੇ ਪਿਆਰ ਦੀ ਖੇਡ ਹੈ। ਭਾਵੇਂ ਉਹਨਾਂ ਪੰਜਾਂ ਨੇ ਵੇਖੋ ਜਿਹੜਾ ਅੱਗੇ ਹੋ ਕੇ ਗੁਰੂ ਨੂੰ ਸੀਸ ਵੀ ਭੇਟ ਕੀਤਾ ਹੈ, ਉਹ ਵੀ ਗੁਰੂ ਤੇ ਸਿੱਖ ਦੇ ਪਿਆਰ ਦੀ ਖੇਡ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਜਿਹੜਾ ਮਾਰਗ ਹੈ ਪਿਆਰ ਦਾ ਮਾਰਗ ਹੈ। ਇਹ ਜਿਹੜਾ ਮਾਰਗ ਹੈ ਸਿੱਖੀ ਦਾ, ਕੁਰਬਾਨੀ ਦਾ ਮਾਰਗ ਹੈ। ਵੇਖੋ ਲੋਕ ਆਪਣੇ ਤੇ ਆਪਣਿਆਂ ਦੇ ਲਈ ਮਰਦੇ ਹਨ, ਪਰ ਗੁਰੂ ਨਾਨਕ ਜੀ ਦੇ ਘਰ ਦੀ ਪਰੰਪਰਾ ਹੈ ਦੂਜਿਆਂ ਦੀ ਖਾਤਰ ਕੁਰਬਾਨੀ ਦੇਣੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੇ ਲੰਬੀਆਂ ਉਦਾਸੀਆਂ ਉਹਨਾਂ ਨੇ ਕੀਤੀਆਂ ਹਨ, ਜੇ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਤੇ ਗੁਰੂ ਨਾਨਕ ਜੀ ਨੇ ਆਪਣੇ ਲਈ ਨਹੀਂ, ਮਨੁੱਖਤਾ ਦੇ ਸੰਸਾਰ ਦੇ ਭਲੇ ਦੇ ਲਈ ਕੀਤਾ ਹੈ। ਜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠੇ ਹਨ, ਕਿਉਂਕਿ ਗੁਰੂ ਨੇ ਵੇਖੋ ਖਾਲਸਾ ਬਣਾਇਆ, ਤੇ ਗੁਰੂ ਦਾ ਖਾਲਸਾ ਕੀ ਹੈ? ਗੁਰੂ ਦਾ ਰੂਪ। ਤੇ ਜੇ ਸਾਡਾ ਗੁਰੂ ਦੂਜਿਆਂ ਦੀ ਖਾਤਰ ਕੁਰਬਾਨੀਆਂ ਦਿੰਦਾ ਹੈ, ਤੇ ਗੁਰੂ ਨੇ ਕਿਹਾ ਖਾਲਸੇ ਨੇ ਵੀ ਦੂਜਿਆਂ ਦੀ ਲੋੜਵੰਦਾਂ ਦੀ ਬਾਹ ਫੜਨੀ ਹੈ। ਖਾਲਸਾ ਸੋਏ ਜੋ ਨਿਰਧਨ ਕੋ ਪਾਲੈ। ਖਾਲਸਾ ਉਹ ਹੈ ਜਿਹੜਾ ਗਰੀਬ ਦੀ ਬਾਹ ਫੜਨ ਵਾਲਾ ਹੈ। ਖਾਲਸਾ ਉਹ ਹੈ ਜੋ ਸੱਚ ਤੇ ਹੱਕ ਦੀ ਖਾਤਰ ਅੜਨ ਤੇ ਲੜਨ ਵਾਲਾ ਹੈ। ਖਾਲਸਾ ਉਹ ਹੈ ਜਿਹੜਾ ਸਰਬੱਤ ਦਾ ਭਲਾ ਕਰਨ ਵਾਲਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕੁਰਬਾਨੀ ਹੋਈ ਮਨੁੱਖਤਾ ਦੇ ਖਾਤਰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜੇ ਉਹਨਾਂ ਦੀ ਕੁਰਬਾਨੀ ਹੋਈ ਹੈ ਤੇ ਉਹ ਵੀ ਦੂਜਿਆਂ ਦੀ ਖਾਤਰ। ਜਦੋਂ ਹਿੰਦੂ ਧਰਮ ਤੇ ਖਤਰਾ ਸੀ, ਉਹ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਦੇ ਵਿੱਚ ਆਏ। ਉਹਨਾਂ ਨੇ ਬੇਨਤੀ ਕੀਤੀ, ਬਾਂਹ ਅਸਾਡੀ ਪਕੜੀ ਹੈ ਹਰ ਗੋਬਿੰਦ ਕੇ ਚੰਦ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਂਹ ਫੜੀ ਹੈ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਫਿਰ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਵੇਖੀਏ। ਕਿੰਨੀਆਂ ਕੁਰਬਾਨੀਆਂ ਗੁਰੂ ਮਹਾਰਾਜ ਨੇ ਆਪਣੇ ਜੀਵਨ ਕਾਲ 'ਚ ਕੀਤੀਆਂ ਹਨ। 9 ਵਰ੍ਹਿਆਂ ਦੀ ਉਮਰ ਹੈ ਜਦੋਂ ਪਿਤਾ ਦੀ ਕੁਰਬਾਨੀ ਹੋਈ ਹੈ, ਤੇ ਸਮਾਂ ਪਾ ਕੇ 18 ਤੇ 16 ਵਰ੍ਹਿਆਂ ਦੇ ਜਵਾਨ ਪੁੱਤ ਉਹਨਾਂ ਦੀਆਂ ਅੱਖਾਂ ਸਾਹਮਣੇ ਕੁਰਬਾਨ ਹੋਏ। ਉਹਦੇ ਪਿੱਛੇ ਮਨੋਰਥ ਕੀ ਸੀ ਉਹਨਾਂ ਦਾ? ਜੇ ਛੋਟੇ ਛੋਟੇ ਗੁਰੂ ਕੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ ਹਨ, ਵੇਖੋ ਲੋਕ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਬਚਾਉਣ ਦੀ ਖਾਤਰ ਲੜਦੇ ਹਨ। ਧੰਨ ਗੁਰੂ ਕਲਗੀਧਰ ਮਹਾਰਾਜ ਵੀ ਕਹਿੰਦੇ ਹਨ, ਸੁਖੀ ਬਸੈ ਮੋਰੋ ਪਰਿਵਾਰਾ। ਪਰ ਉਹ ਪਰਿਵਾਰ ਕਿਹੜਾ ਸੀ? ਸੇਵਕ ਸਿੱਖ ਸਭੈ ਕਰਤਾਰਾ। ਇਹ ਪਰਿਵਾਰ, ਜਿਹੜਾ ਪਰਿਵਾਰ ਅੱਜ ਗੁਰੂ ਕੀ ਹਜ਼ੂਰੀ 'ਚ ਆਪਾਂ ਬੈਠੇ ਹਾਂ, ਸਾਡੇ ਸੁੱਖ ਦੀ ਖਾਤਰ ਗੁਰੂ ਕਲਗੀਧਰ ਮਹਾਰਾਜ ਜੀ ਨੇ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਦੇ ਬਚਨ ਹੀ ਇਹ ਹਨ ਕਿ ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ। ਅੱਜ ਲੱਖਾਂ ਦਾ ਇਕੱਠ ਹੋਵੇ, ਵਿੱਚ ਗੁਰੂ ਕਾ ਸਿੱਖ ਹੋਵੇ, ਲੋਕ ਕਹਿੰਦੇ ਹਨ ਸਰਦਾਰ ਜੀ। ਹੁਣ ਇਹ ਜਿਹੜੀ ਸਰਦਾਰੀ ਅੱਜ ਸਾਨੂੰ ਪ੍ਰਾਪਤ ਹੋਈ ਹੈ, ਲੱਖਾਂ ਦੇ ਇਕੱਠ ਦੇ ਵਿੱਚ ਵੀ ਗੁਰੂ ਦੇ ਸਿੱਖ ਦੀ ਵੱਖਰੀ ਪਛਾਣ ਤੇ ਵੱਖਰੀ ਸਰਦਾਰੀ ਹੈ। ਉਹ ਹੈ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ਿਸ਼। ਮਹਾਰਾਜ ਕਹਿੰਦੇ, ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ। ਇਨਹੀ ਕੋ ਸਰਦਾਰ ਬਣਾऊं, इन्हीं से राजे उपजाऊं। राज करण की रीत सिखाऊं, 1.25 लाख से एक लड़ाऊं। तबै गोबिंद सिंह नाम कहाऊं। ਸਾਡੀਆਂ ਸਰਦਾਰੀਆਂ ਖਾਲਸੇ ਪੰਥ ਦੀ ਆਨ ਤੇ ਸ਼ਾਨ,
ਦਸਮ ਪਾਤਸ਼ਾਹ ਜੀ ਦੇ ਬੱਚਿਆਂ ਦੀ ਕੁਰਬਾਨੀ ਤੇ ਖੜੀ ਹੈ, ਸਾਡੇ ਉਹਨਾਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੇ ਖੜੀ ਹੈ, ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ 'ਚ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ। ਉਹਨਾਂ ਗੁਰੂ ਕਿਆ ਸਿੱਖਾਂ ਦੀਆਂ ਕੁਰਬਾਨੀਆਂ ਤੇ ਸਿਰ ਤੇ ਸਾਡੀ ਸਰਦਾਰੀ ਖੜੀ ਹੈ। ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲ ਹਨ। ਉਹ ਕਹਿੰਦਾ, ਗਾਂਧੀ ਵਾਂਗ ਨਹੀਂ ਚਰਖੀ ਚਲਾਏ ਅਸੀਂ ਆਪ ਚਰਖੜੀਆਂ ਤੇ ਚੜੇ ਹੋਏ ਹਾਂ। ਸਿਰ ਦੇਣ ਦੀ ਜਿੱਥੇ ਹੈ ਫੀਸ ਲੱਗਦੀ, ਅਸੀਂ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਹਾਂ। ਨਹੀਂ ਡਰਪੋਕ ਅਹਿੰਸਾ ਪੁਜਾਰੀ ਨਹੀਂ ਹਾਂ, ਅਸੀਂ ਖੂਨ ਅੰਦਰ ਲਾਈਆਂ ਤਾਰੀਆਂ ਨੇ। ਲੋਕੀ ਐਵੇਂ ਨਹੀਂ ਸਾਨੂੰ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਤੇ ਵੇਖੋ, ਸਿਰ ਦੇਣ ਦੇ ਲਈ ਜ਼ੁਰਤ ਦੀ ਲੋੜ ਹੁੰਦੀ ਹੈ, ਸਿਰ ਦੇਣ ਦੇ ਲਈ ਬਹਾਦਰੀ ਦੀ ਲੋੜ ਹੁੰਦੀ ਹੈ। ਭਾਈ ਦਇਆ ਸਿੰਘ ਨੂੰ ਮਹਾਰਾਜ ਨੇ ਆਵਾਜ਼ ਮਾਰੀ, ਕਹਿਣ ਲੱਗੇ, ਮਹਾਰਾਜ ਸਿਰ ਹਾਜ਼ਰ ਹੈ। ਸਿਰ ਦੇਣਾ ਵੇਖੋ ਸੌਖੀ ਗੱਲ ਹੈ। ਪਹਿਲੇ ਵਾਰੀ ਤੇ ਆਪਾਂ ਫੇਰ ਕਹਿ ਸਕਦੇ ਹਾਂ ਕਿ ਸ਼ਾਇਦ ਉਹਨੂੰ ਪਤਾ ਨਾ ਹੋਵੇ, ਪਰ ਜਦੋਂ ਮਹਾਰਾਜ ਖੂਨ ਦੇ ਨਾਲ ਲੱਥ-ਪੱਥ ਸ਼ਮਸ਼ੀਰ ਲੈ ਕੇ ਆਏ ਸਨ, ਇੱਕ ਹੋਰ ਸਿਰ ਦੀ ਲੋੜ ਹੈ। ਉਤੇ ਦੂਜੇ ਪਿਆਰੇ ਭਾਈ ਧਰਮ ਸਿੰਘ ਦੇ ਸਾਹਮਣੇ ਤੇ ਭਾਈ ਦਇਆ ਸਿੰਘ ਦੀ ਕੁਰਬਾਨੀ ਹੋਈ ਹੈ। ਕਿੰਨਾ ਜਜ਼ਬਾ ਹੋਏਗਾ, ਕਿੰਨੀ ਦ੍ਰਿੜਤਾ ਤੇ ਗੁਰੂ ਖਾਤਰ ਮਰ ਮਿਟਣ ਵਾਲੀ ਭਾਵਨਾ ਹੋਏਗੀ, ਜਿੱਥੇ ਗੁਰੂ ਸਿੱਖ ਹੱਸ ਕੇ ਗੁਰੂ ਖਾਤਰ ਕੁਰਬਾਨੀਆਂ ਕਰਦਾ ਹੈ। ਉਹ ਬੜੀ ਪਿਆਰੀ ਇਤਿਹਾਸ ਦੀ ਇੱਕ ਹੋਰ ਘਟਨਾ ਹੈ ਦਮਦਮਾ ਸਾਹਿਬ ਦੀ। ਵੇਖੋ, ਵੈਸੇ ਆਨੰਦਪੁਰ ਸਾਹਿਬ ਵਿਖੇ ਵੱਡੇ ਰੂਪ ਦੇ ਵਿੱਚ ਹੋਲੇ ਮਹੱਲੇ ਦਾ ਦਿਹਾੜਾ ਮਨਾਇਆ ਜਾਂਦਾ ਹੈ, ਤੇ ਵਿਸਾਖੀ ਦਾ ਜਿਹੜਾ ਦਿਹਾੜਾ ਮਨਾਉਣ ਦੀ ਪਰੰਪਰਾ ਹੈ ਉਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ 1706 ਦੀ ਵਿਸਾਖੀ ਤੇ ਦਮਦਮਾ ਸਾਹਿਬ ਅੰਮ੍ਰਿਤਪਾਨ ਕਰਵਾਇਆ ਸੀ, ਤੇ ਪਹਿਲੀ ਵਿਸਾਖੀ 1699 ਦੀ। ਉਸ ਵਿਸਾਖੀ ਸਮੇਂ 80,000 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੀ। ਪਰ ਜਦੋਂ ਦਮਦਮਾ ਸਾਹਿਬ ਮਹਾਰਾਜ ਨੇ ਅੰਮ੍ਰਿਤ ਛਕਾਇਆ ਸੀ, ਉੱਥੇ ਇਤਿਹਾਸਕਾਰ ਕਹਿੰਦੇ 1,20,000 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਗੁਰੂ ਮਹਾਰਾਜ ਜੀ ਦੇ ਕੋਲੋਂ ਲਈ ਹੈ। ਜਿਹੜੀ ਗੱਲ ਆਪਾਂ ਕਰ ਰਹੇ ਸਾਂ ਕਿ ਜਿਹੜਾ ਗੁਰੂ ਦਾ ਪਿਆਰਾ ਹੈ, ਸਿੱਖ ਹੈ, ਉਹ ਕੁਰਬਾਨੀ ਤੋਂ ਡਰਦਾ ਨਹੀਂ ਹੈ। ਗੁਰੂ ਖਾਤਰ ਆਪਾਂ ਕੁਰਬਾਨ ਕਰਵਾਉਣ ਤੋਂ, ਸੱਚ ਦੀ ਖਾਤਰ ਨਿਸ਼ਾਵਰ ਹੋਣ ਤੋਂ ਡਰਦਾ ਨਹੀਂ ਹੈ। ਉਹ ਮਹਾਰਾਜ ਜਦੋਂ ਦਮਦਮਾ ਸਾਹਿਬ ਪਹੁੰਚੇ ਤੇ ਪਿੱਛੇ ਬੜੇ ਬੜੇ ਵੱਡੇ ਸਾਕੇ ਵਰਤੇ ਸਨ। ਆਨੰਦਪੁਰ ਤਬਾਹ ਕਰ ਦਿੱਤਾ ਜ਼ਾਲਮਾਂ ਨੇ। ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ। ਤੇ ਦਮਦਮਾ ਸਾਹਿਬ ਮਹਾਰਾਜ ਨੂੰ ਭਾਈ ਡੱਲਾ ਮਿਲਿਆ। ਸੇਵਾ ਉਹਨੇ ਬੜੀ ਕੀਤੀ, ਪਰ ਉਹਦੇ ਕੋਲ ਵੀ ਫੌਜਾਂ ਸਨ। ਤੇ ਮਹਾਰਾਜ ਨੂੰ ਕਹਿਣ ਲੱਗਾ, ਡੱਲਾ ਨਾ ਮੱਲਾ ਗੁਰੂ ਗੋਬਿੰਦ ਕੱਲਾ। ਮਹਾਰਾਜ ਤੁਸੀਂ ਕੱਲੇ ਸੀ, ਤੁਸੀਂ ਡੱਲੇ ਨੂੰ ਸੱਦ ਲੈਂਦੇ। ਮੇਰੇ ਕੋਲ ਬੜੇ ਬੜੇ 6-6 ਫੁੱਟ ਉੱਚੇ ਜਵਾਨ ਹਨ। ਜੇ ਉਹ ਆਨੰਦਪੁਰ ਸਾਹਿਬ ਤੁਸੀਂ ਸੱਦ ਲੈਂਦੇ, ਨਾ ਆਨੰਦਪੁਰ ਤਬਾਹ ਹੋਣਾ ਸੀ, ਨਾ ਤੁਹਾਡਿਆਂ ਬੱਚਿਆਂ ਦੀਆਂ ਕੁਰਬਾਨੀਆਂ ਹੋਣੀਆਂ ਸਨ। ਮਹਾਰਾਜ ਕਹਿਣ ਲੱਗੇ, ਡੱਲਿਆ, ਪਹਿਲੀ ਗੱਲ ਤੇ ਅਸੀਂ ਕਦੇ ਵੀ ਕਿਤੇ ਵੀ ਇਕੱਲੇ ਨਹੀਂ ਸਾਂ। ਠੀਕ ਹੈ, ਸਾਡੇ ਨਾਲ ਨਾ ਡੱਲਾ ਸੀ, ਨਾ ਡੱਲੇ ਦੀਆਂ ਫੌਜਾਂ ਸਨ। ਡੱਲਾ ਭਾਵੇਂ ਠੀਕ ਹੈ, ਨਾ ਡੱਲਾ ਨਾ ਮੱਲਾ, ਪਰ ਗੁਰੂ ਗੋਬਿੰਦ ਨਾਲ ਅੱਲਾ, ਸਾਡੇ ਨਾਲ ਸਾਡਾ ਖੁਦਾ। ਤੇ ਜਿਹਦੇ ਨਾਲ ਜਿਹਦਾ ਖੁਦਾ ਹੋਵੇ ਉਹ ਕਦੇ ਇਕੱਲਾ ਨਹੀਂ ਹੁੰਦਾ। ਫਿਰ ਮਹਾਰਾਜ ਕਹਿਣ ਲੱਗੇ, ਰਹੀ ਗੱਲਿਆ ਡੱਲਿਆ ਗੱਲ ਤੇਰੇ ਜਵਾਨਾਂ ਦੀ, ਜਿਨ੍ਹਾਂ ਤੇ ਤੈਨੂੰ ਬੜਾ ਮਾਣ ਹੈ। ਕੋਈ ਨਾ ਸਮਾਂ ਆਵੇਗਾ, ਅਸੀਂ ਤੇਰੇ ਜਵਾਨਾਂ ਨੂੰ ਵੀ ਵੇਖ ਲਵਾਂਗੇ, ਕਿੰਨੇ ਬਹਾਦਰ ਨੇ, ਕਿੰਨਾ ਕੁਰਬਾਨੀ ਦਾ ਜਜ਼ਬਾ ਉਹਨਾਂ ਅੰਦਰ ਹੈ। ਇਤਿਹਾਸ ਕਹਿੰਦਾ ਫਿਰ ਇੱਕ ਦਿਨ ਇੱਕ ਸਿੱਖ ਬੰਦੂਕ ਲੈ ਕੇ ਆਇਆ। ਮਹਾਰਾਜ ਕਹਿਣ ਲੱਗੇ, ਬੰਦੂਕ ਦਾ ਨਿਸ਼ਾਨਾ ਪਰਖਾਂਗੇ। ਕੋਲ ਬੈਠੇ ਡੱਲੇ ਵੀ ਕਹਿ ਦਿੱਤਾ, ਮਹਾਰਾਜ ਜ਼ਰੂਰ ਪਰਖਣਾ ਚਾਹੀਦਾ ਹੈ, ਪਰਖੋ ਬੰਦੂਕ ਦਾ ਨਿਸ਼ਾਨਾ।
ਕਿਹਦੇ ਤੇ ਨਿਸ਼ਾਨਾ ਲਗਾ ਕੇ ਨਿਸ਼ਾਨਾ ਪਰਖੋਗੇ? ਮਹਾਰਾਜ ਕਹਿਣ ਲੱਗੇ, ਡੱਲਿਆ ਤੇਰੇ ਕਿਸੇ ਸਿਪਾਹੀ ਦੇ ਸੀਨੇ 'ਚ ਗੋਲੀ ਮਾਰ ਕੇ ਬੰਦੂਕ ਦਾ ਨਿਸ਼ਾਨਾ ਪਰਖਾਂਗੇ। ਲਿਆ ਆਪਣੇ ਕਿਸੇ ਸਿਪਾਹੀ ਨੂੰ ਸੱਦ ਕੇ, ਜਿਹੜਾ ਸਾਡੇ ਸਾਹਮਣੇ ਖਲੋਵੇ, ਅਸੀਂ ਉਹਦੇ ਸੀਨੇ 'ਚ ਗੋਲੀ ਮਾਰ ਕੇ ਤੇ ਬੰਦੂਕ ਦਾ ਨਿਸ਼ਾਨਾ ਪਰਖਾਂਗੇ। ਡੱਲੇ ਸੁਣਿਆ, ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਮਹਾਰਾਜ ਕੀ ਕਹਿ ਰਹੇ ਨੇ? ਫਿਰ ਵੀ ਸ਼ਰਮੋ ਸ਼ਰਮੀ ਗਿਆ ਆਪਣੇ ਸਿਪਾਹੀਆਂ ਦੇ ਕੋਲ, ਕਹਿਣ ਲੱਗਾ, ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ, ਕੋਈ ਆਓ ਸਾਹਮਣੇ ਖਲੋਵੇ, ਸੀਨੇ 'ਚ ਗੋਲੀ ਮਹਾਰਾਜ ਮਾਰ ਕੇ ਤੇ ਨਿਸ਼ਾਨਾ ਪਰਖਣਗੇ। ਤੇ ਡੱਲੇ ਦੇ ਸਿਪਾਹੀ, ਜਿਨ੍ਹਾਂ ਤੇ ਡੱਲੇ ਨੂੰ ਬੜਾ ਮਾਣ ਸੀ, ਕਹਿਣ ਲੱਗੇ, ਕਮਲਾ ਹੋ ਗਿਆ ਹੈ। ਮੈਦਾਨੇ ਜੰਗ 'ਚ ਲੜਨਾ, ਮਰਨਾ, ਮਿਟਣਾ ਵੱਖਰੀ ਗੱਲ ਹੁੰਦੀ ਹੈ। ਏਦਾਂ ਬੰਦੂਕ ਦੇ ਸਾਹਮਣੇ ਕੌਣ ਖਲੋਵੇ? ਸਾਰਿਆਂ ਨੇ ਇਨਕਾਰ ਕਰ ਦਿੱਤਾ। ਡੱਲਾ ਮਹਾਰਾਜ ਨੂੰ ਆ ਕੇ ਕਹਿਣ ਲੱਗਾ, ਮਹਾਰਾਜ ਵੇਖੋ, ਗੱਲ ਏਦਾਂ ਬੰਦੂਕ ਦਾ ਨਿਸ਼ਾਨਾ ਹੀ ਪਰਖਣਾ ਹੈ, ਬੰਦਾ ਮਾਰਨ ਦੀ ਕੀ ਲੋੜ ਹੈ? ਨਿਸ਼ਾਨਾ ਪਰਖਣ ਦੇ ਹੋਰ ਕਈ ਤਰੀਕੇ ਹਨ। ਮੈਦਾਨੇ ਜੰਗ ਦੇ ਵਿੱਚ ਲੜਨਾ, ਮਰਨਾ, ਮਾਰਨਾ ਵੱਖਰੀ ਗੱਲ ਹੁੰਦੀ ਹੈ। ਏਦਾਂ ਬੰਦੂਕ ਦੇ ਸਾਹਮਣੇ ਕੌਣ ਖਲੋਵੇ ਤੇ ਮਰੇ? ਮਹਾਰਾਜ ਕਹਿਣ ਲੱਗੇ, ਡੱਲਿਆ ਇਕੱਲੀ ਬੰਦੂਕ ਜਾਂ ਬੰਦੂਕ ਦਾ ਨਿਸ਼ਾਨਾ ਨਹੀਂ ਪਰਖਣਾ ਹੈ, ਤੈਨੂੰ ਵੀ ਪਰਖਣਾ, ਤੇਰੇ ਯੋਧਿਆਂ ਨੂੰ ਵੀ ਪਰਖਣਾ, ਜਿਨ੍ਹਾਂ ਤੇ ਤੈਨੂੰ ਬੜਾ ਮਾਣ ਹੈ। ਮਤ ਸਮਝ ਕੇ ਬੰਦੂਕ ਦੀ ਪਰਖ ਹੈ, ਏਦਾਂ ਸਮਝ ਪਰਖ ਡੱਲੇ ਦੀ ਹੈ, ਪਰਖ ਡੱਲੇ ਦੇ ਸਿਪਾਹੀਆਂ ਦੀ ਹੈ। ਡੱਲਾ ਠੰਡਾ ਹੋਕਾ ਲੈਂਦਿਆਂ ਕਹਿਣ ਲੱਗਾ, ਮਹਾਰਾਜ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਲਈ ਬੰਦਾ ਮਾਰਨ ਦੀ ਕੀ ਲੋੜ ਹੈ? ਜਾਂ ਏਦਾਂ ਕੌਣ ਹੈ ਜਿਹੜਾ ਏਦਾਂ ਬੰਦੂਕ ਦੇ ਸਾਹਮਣੇ ਆ ਕੇ ਖਲੋ ਜਾਏ? ਮੈਂ ਨਹੀਂ ਮੰਨਦਾ ਕਿ ਏਦਾਂ ਕੋਈ ਬੰਦੂਕ ਦੇ ਸਾਹਮਣੇ ਖਲੋਵੇ, ਕਵੇ ਮੇਰੇ ਸੀਨੇ 'ਚ ਗੋਲੀ ਮਾਰੋ ਤੇ ਨਿਸ਼ਾਨਾ ਪਰਖ ਲਓ। ਮਹਾਰਾਜ ਕਹਿਣ ਲੱਗੇ, ਡੱਲਿਆ ਏਦਾਂ ਵੀ ਬੰਦੂਕ ਦੇ ਸਾਹਮਣੇ ਸੀਨੇ 'ਚ ਗੋਲੀਆਂ ਖਾਣ ਵਾਲੇ ਮੌਜੂਦ ਹਨ। ਕਹਿਣ ਲੱਗਾ, ਜੀ ਕੌਣ ਹਨ ਜਿਹੜੇ ਏਦਾਂ ਬੰਦੂਕ ਸਾਹਮਣੇ ਸੀਨਾ ਤਾਣ ਕੇ ਖਲੋਣਗੇ? ਤੇ ਮਹਾਰਾਜ ਕਹਿਣ ਲੱਗੇ, ਡੱਲਿਆ ਉਹ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ, ਜਿਹੜੇ ਆਨੰਦਪੁਰ ਦੇ 8 ਮਹੀਨਿਆਂ ਦੇ ਇਕੱਠ 'ਚ ਸਾਡੇ ਨਾਲ ਸਨ, ਘੇਰੇ 'ਚ ਸਾਡੇ ਨਾਲ ਸਨ। ਡੱਲਿਆ ਉਹ ਬੰਦੂਕ ਦੇ ਸਾਹਮਣੇ ਵੀ ਖਲੋਣਗੇ, ਜਿਹੜੇ 10 ਲੱਖ ਫੌਜਾਂ ਦੇ ਘੇਰੇ 'ਚ ਸਾਡੇ ਨਾਲ ਖਲੋਤੇ ਸਨ। ਤੇ ਮਹਾਰਾਜ ਨੇ ਆਵਾਜ਼ ਮਾਰੀ, ਕੋਈ ਸਿੱਖ ਸਾਹਮਣੇ ਆਓ, ਅਸੀਂ ਸੀਨੇ 'ਚ ਗੋਲੀ ਮਾਰ ਕੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। 2 ਸਿੱਖ ਭਾਈ ਵੀਰ ਸਿੰਘ ਤੇ ਧੀਰ ਸਿੰਘ ਪਿਓ ਪੁੱਤ ਸਨ ਤੇ ਪੱਗਾਂ ਬੰਨ੍ਹ ਰਹੇ ਸਨ। ਇਹਨਾਂ ਨੇ ਜਦੋਂ ਸੁਣਿਆ, ਦੋਵੇਂ ਅੱਧੀਆਂ ਕ ਪੱਗਾਂ ਬੰਨੀਆਂ, ਅੱਧੀਆਂ ਹੱਥ 'ਚ ਲੈ ਕੇ ਦੌੜਦੇ ਗੁਰੂ ਮਹਾਰਾਜ ਦੇ ਸਾਹਮਣੇ ਆਏ। ਦੋਵੇਂ ਇੱਕ ਦੂਜੇ ਤੋਂ ਅੱਗੇ ਹੋ ਕੇ ਕਹਿੰਦੇ ਨੇ, ਮਹਾਰਾਜ ਮੇਰੇ ਸੀਨੇ 'ਚ ਗੋਲੀ ਮਾਰ ਕੇ ਬੰਦੂਕ ਦਾ ਨਿਸ਼ਾਨਾ ਪਰਖੋ। ਤੇ ਦੂਜਾ ਉਹਦੇ ਤੋਂ ਅੱਗੇ ਹੋ ਕੇ ਕਹਿੰਦਾ, ਨਹੀਂ ਮਹਾਰਾਜ ਪਹਿਲਾਂ ਮੈਂ ਆਇਆ ਹਾਂ, ਮੇਰੇ ਸੀਨੇ 'ਚ ਗੋਲੀ ਮਾਰੋ। ਧੰਨ ਗੁਰੂ ਕਲਗੀਧਰ ਮਹਾਰਾਜ ਨੇ ਗੋਲੀ ਤਾਂ ਉੱਪਰ ਨੂੰ ਚਲਾ ਦਿੱਤੀ, ਪਰ ਦੱਸ ਦਿੱਤਾ, ਡੱਲਿਆ ਇਹ ਉਹ ਗੁਰੂ ਨਾਨਕ ਦੇ ਸਜਾਏ ਹੋਏ ਯੋਧੇ ਹਨ, ਜਿਨ੍ਹਾਂ ਦੇ ਸਾਹਮਣੇ ਭਾਵੇਂ ਬੰਦੂਕਾਂ ਹੋਣ, ਨੰਗੀਆਂ